ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਹੈ ਜਸ਼ਨਪ੍ਰੀਤ ਸਿੰਘ ਭੁੱਲਰ ਤੇ ਮੈਂ ਪੰਜਾਬ ਪੁਲਿਸ ਵਿੱਚ ਐਜ਼ ਅ ਸਬ ਇੰਸਪੈਕਟਰ ਪੋਸਟਡ ਹਾਂ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਟੈਕਨੀਕਲ ਐਂਡ ਸਪੋਰਟਸ ਸਰਵਿਸਿਜ਼ ਦੇ ਬਾਰੇ। ਉਸ ਤੋਂ ਪਹਿਲਾਂ ਜਿੰਨੇ ਵੀ ਸਟੂਡੈਂਟਸ ਨੂੰ ਜਾਂ ਕੈਂਡੀਡੇਟਸ ਨੂੰ ਕਾਂਸਟੇਬਲ ਦੀ ਜੁਆਇਨਿੰਗ ਲੈਟਰ ਮਿਲ ਗਿਆ ਤੇ ਉਹਨਾਂ ਨੇ ਜੁਆਇਨ ਕਰ ਲਿਆ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਤੇ ਜਿਨ੍ਹਾਂ ਸਟੂਡੈਂਟਸ ਦਾ ਜਾਂ ਕੈਂਡੀਡੇਟਸ ਦਾ ਐਗਜ਼ਾਮ ਕਲੀਅਰ ਨਹੀਂ ਹੋਇਆ ਕਾਂਸਟੇਬਲ ਦਾ, ਉਹਨਾਂ ਬਾਰੇ ਆਪਾਂ ਵੀਡੀਓ ਦੇ ਐਂਡ 'ਚ ਗੱਲ ਕਰਾਂਗੇ। ਦੂਜੀ ਚੀਜ਼, ਕਾफ़ी स्टूडेंट मैंने पूछ रहे थे भी असीं तैयारी करना चाहुंदे आ जिहड़े सिलेक्ट हो गए कांस्टेबल ते अगे होर पेपरां दी तैयारी करना चाहुंदे आ, तां वो पूछ रहे थे भी छुट्टी दा की क्राइटेरिया हुंदा। तां तुहानूं 1 ईयर दी लॉन्ग लीव मिल सकदी आ, विदाउट पे लीव हुंदी है ये, पर ये डिस्क्रिशनरी पावर हुंदी है। जिहड़ा भी परसन जिन्होंने अथॉरिटी हैगी तुहानूं छुट्टी देण दी, जिवें तुसीं हुण ट्रेनिंग सेंटर 'च जाओगे तां डायरैक्टर हुंदे जिहड़े ट्रेनिंग सेंटर दे, उन्हां दे कोले पावर हुंदी है भी तुहानूं छुट्टी देण या ना देण। ਤਾਂ ਤੁਸੀਂ ਉਹਨਾਂ ਨੂੰ ਰਿਕੁਐਸਟ ਕਰ ਸਕਦੇ ਹੋ ਜੇ ਕਿਸੇ ਨੇ ਅੱਗੇ ਤਿਆਰੀ ਕਰਨੀ ਹੋਵੇ 1 ਈਅਰ ਦੀ ਲੌਂਗ ਲੀਵ ਵਿਦਾਊਟ ਪੇ ਤੁਸੀਂ ਲੈ ਸਕਦੇ ਹੋ। ਉਸ ਤੋਂ ਬਾਅਦ ਕੁਝ ਕੈਂਡੀਡੇਟਸ ਜਿਹੜੇ ਕਿ ਬਾਕੀ ਕੰਪੀਟੀਟਿਵ ਐਗਜ਼ਾਮ ਜਿਵੇਂ ਕਿ ਕੋਆਪਰੇਟਿਵ ਇੰਸਪੈਕਟਰ ਜਾਂ ਹੋਰ ਕਿਸੇ ਐਗਜ਼ਾਮ ਦੀ ਤਿਆਰੀ ਕਰ ਰਹੇ ਆ, ਤਾਂ ਉਹਨਾਂ ਵਾਸਤੇ ਮੈਂ ਉਹਨਾਂ ਨੂੰ ਦੱਸਣਾ ਸੀ ਵੀ ਜਿਵੇਂ ਕੋਆਪਰੇਟਿਵ ਇੰਸਪੈਕਟਰ ਦੀ ਟੈਂਟੇਟਿਵ ਡੇਟ 11 ਸਤੰਬਰ ਸੀਗੀ ਐਗਜ਼ਾਮ ਦੀ, ਅਤੇ ਜੇ ਉਦੋਂ ਤੱਕ ਐਗਜ਼ਾਮ ਹੁੰਦਾ ਤਾਂ ਤੁਸੀਂ ਉਸ ਤੋਂ ਪਹਿਲਾਂ ਮੌਕ ਟੈਸਟ ਜ਼ਰੂਰ ਦੇ ਕੇ ਜਾਇਓ। ਅਤੇ ਸੰਘਰਸ਼ ਅਕੈਡਮੀ ਵਾਲੇ 1-2 ਦਿਨ ਵਿੱਚ ਆਪਦੇ ਮੌਕ ਟੈਸਟ ਸ਼ੁਰੂ ਕਰ ਰਹੇ ਕੋਆਪਰੇਟਿਵ ਇੰਸਪੈਕਟਰ ਦੇ ਲਈ। ਜੇ ਕਿਸੇ ਨੇ ਮੌਕ ਟੈਸਟ ਲੈਣੇ ਹੋਣ ਤਾਂ 74 950 37 125 ਇਸ ਨੰਬਰ 'ਤੇ ਉਹਨਾਂ ਨੂੰ ਕਾਲ ਕਰਕੇ ਲੈ ਸਕਦਾ ਹੈ। ਆਪਾਂ ਟੈਕਨੀਕਲ ਕੇਡਰ ਦੇ ਵਿੱਚ ਸਬ ਇੰਸਪੈਕਟਰ ਅਤੇ ਕਾਂਸਟੇਬਲ ਦੇ ਜੋਬ ਪ੍ਰੋਫਾਈਲ ਜਾਂ ਵਰਕ ਕਲਚਰ ਬਾਰੇ ਗੱਲ ਕਰਾਂਗੇ। ਜਿਵੇਂ ਕਿ ਕੇਡਰ ਦਾ ਨਾਮ ਹੈ ਟੈਕਨੀਕਲ, ਇਹਦੇ ਵਿੱਚ ਜਿੰਨਾ ਵੀ ਤੁਹਾਡਾ ਕੰਮ ਹੁੰਦਾ ਪਿਓਰ ਟੈਕਨੀਕਲ ਹੁੰਦਾ ਆ। ਅਤੇ ਇੱਕ ਚੀਜ਼ ਜਿਹੜੀ ਸਟੂਡੈਂਟਸ ਨੂੰ ਜਾਂ ਕੈਂਡੀਡੇਟਸ ਨੂੰ ਬਹੁਤ ਜ਼ਿਆਦਾ ਉਤਸੁਕਤਾ ਹੁੰਦੀ ਆ, ਉਹਦੇ ਲਈ ਵੀ ਉਹ ਪੁੱਛਦੇ ਆ ਹਰੇਕ ਕੇਡਰ ਵੀ ਸਾਨੂੰ ਯੂਨੀਫਾਰਮ ਮਿਲੂ ਕਿ ਨਹੀਂ। ਅਤੇ ਇਸ ਕੇਡਰ ਵਿੱਚ ਵੀ ਤੁਸੀਂ ਜਿਵੇਂ ਸਬ ਇੰਸਪੈਕਟਰ ਜਾਂ ਕਾਂਸਟੇਬਲ ਜੁਆਇਨ ਕਰਦੇ ਹੋ ਤੁਹਾਨੂੰ ਯੂਨੀਫਾਰਮ ਤਾਂ ਮਿਲਦੀ ਹੈ, ਅਤੇ ਮੋਸਟਲੀ ਇੱਦਾਂ ਹੁੰਦਾ ਆ ਵੀ ਤੁਸੀਂ ਕੰਮ ਜਿਹੜਾ ਉਹ ਸਿਵਲ ਡਰੈਸ ਵਿੱਚ ਕਰਨਾ ਹੁੰਦਾ, ਕਿਉਂਕਿ ਇਹ ਡੈਸਕ ਜੋਬ ਆ। ਜ਼ਿਆਦਾਤਰ ਤੁਸੀਂ ਆਫਿਸ ਵਿੱਚ ਹੀ ਕੰਮ ਕਰਨਾ ਹੁੰਦਾ, ਕਿਉਂਕਿ ਸਾਰਾ ਤੁਹਾਡਾ ਕੰਮ ਆ ਉਹ ਟੈਕਨੀਕਲ ਕੰਮ ਆ, ਕੰਪਿਊਟਰ ਬੇਸਡ ਕੰਮ ਆ, ਕੰਪਿਊਟਰ 'ਤੇ ਹੀ ਜ਼ਿਆਦਾ ਕੰਮ ਹੁੰਦਾ, ਕੰਪਿਊਟਰ ਲੈਪਟਾਪਸ 'ਤੇ। ਅਤੇ ਜਿਵੇਂ ਕਿ ਤੁਹਾਨੂੰ ਪਤਾ ਹੋਊਗਾ, ਜੇ ਨਹੀਂ ਪਤਾ ਤਾਂ ਇੱਕ ਨੈਟਵਰਕ ਸਿਸਟਮ ਆ ਜਿਹੜਾ ਕਿ ਆਲ ਓਵਰ ਇੰਡੀਆ ਵਿੱਚ ਇੰਟੀਗ੍ਰੇਟਿਡ ਈ ਗਵਰਨੈਂਸ ਦੇ ਵਾਸਤੇ ਸ਼ੁਰੂ ਕੀਤਾ ਗਿਆ ਸੀਗਾ, ਜਿਹਦਾ ਨਾਂ ਆ ਕ੍ਰਾਈਮ ਐਂਡ ਕ੍ਰਿਮੀਨਲ ਟਰੈਕਿੰਗ ਐਂਡ ਨੈਟਵਰਕ ਸਿਸਟਮ, CCTNS ਇਹਨੂੰ ਕਹਿੰਦੇ ਆ। ਇਹ ਆਪਣੇ ਪੰਜਾਬ ਵਿੱਚ ਵੀ ਵਰਕ ਕਰ ਰਿਹਾ ਆ, ਅਤੇ ਇਹਦੇ ਬੇਸ 'ਤੇ ਹੀ ਹਜੇ ਸਾਰਾ ਕੁਛ ਜਿਹੜਾ ਟੈਕਨੀਕਲ ਕੰਮ ਆ ਮੋਸਟਲੀ ਪੰਜਾਬ ਵਿੱਚ ਜਾਂ ਇੰਡੀਆ ਵਿੱਚ ਪੁਲਿਸ ਦਾ ਜਿਹੜਾ ਕੰਮ ਆ ਇਹਦੇ ਬੇਸ 'ਤੇ ਹੀ ਘੁੰਮ ਰਿਹਾ, ਇਹਦੇ ਨੇੜੇ ਤੇੜੇ ਹੀ ਘੁੰਮ ਰਿਹਾ ਆ। ਇਹਦੇ ਨਾਲ ਹੀ ਇੱਕ ਹੋਰ ਓਰੀਐਂਟਿਡ ਐਪ ਬਣਾਈ ਗਈ ਹੈ ਪੰਜਾਬ ਵਿੱਚ, ਖੋਜ ਐਪ ਉਸ ਦਾ ਨਾਮ। ਅਤੇ ਜਿੰਨੇ ਵੀ ਤੁਸੀਂ ਟੈਕਨੀਕਲ ਕੇਡਰ ਵਿੱਚ ਭਰਤੀ ਹੋਵੋਗੇ ਮੋਸਟਲੀ ਤੁਸੀਂ ਇਸ ਚੀਜ਼ 'ਤੇ ਹੀ ਕੰਮ ਕਰਨਾ ਹੋਊਗਾ। ਇਸ ਦੇ ਨਾਲ ਹੀ ਕੁਝ ਹੋਰ ਐਪਸ ਵੀ ਹੈਗੀਆਂ ਨੇ ਜਿਹੜੀਆਂ ਹਜੇ ਅੰਡਰ ਵਰਕਿੰਗ ਆ, ਹਜੇ ਫੁੱਲ ਫਲੈਜ ਬਾਹਰ ਨਹੀਂ ਆਈਆਂ ਹੈਗੀਆਂ, ਹਜੇ ਅੰਡਰ ਵਰਕਿੰਗ ਨੇ। ਜਿਵੇਂ ਕਿ ਕੋਗਨੋਸ ਹੈ, CMAPS ਹੈ, ਇਹਦੇ ਵਿੱਚ ਤੁਸੀਂ ਜੋਗ੍ਰਾਫੀਕਲ ਡਾਟਾ ਐਨਾਲਿਸਿਸ ਕਰਦੇ ਹੋ ਕ੍ਰਾਈਮ ਦਾ, ਅਤੇ ਅੰਡਰ ਵਰਕਿੰਗ ਹੈ ਹਜੇ ਇਹ ਐਪਸ, ਅਤੇ ਇਹਦੇ ਵਿੱਚ ਵੀ ਤੁਸੀਂ ਕੰਮ ਕਰਨਾ ਹੋਊਗਾ ਜੇ ਤੁਸੀਂ ਟੈਕਨੀਕਲ ਕੇਡਰ ਵਿੱਚ ਜਾਂਦੇ ਹੋ। ਉਸ ਤੋਂ ਇਲਾਵਾ ਜਿਵੇਂ CCTNS ਹੈ, ਉਹਦੇ ਜੇ ਨੈਟਵਰਕ ਓਪਰੇਸ਼ਨਸ ਆ ਉਹਦੇ ਉੱਪਰ ਵੀ ਤੁਸੀਂ ਕੰਮ ਕਰਨਾ ਹੋਊਗਾ ਜੇ ਟੈਕਨੀਕਲ ਕੇਡਰ ਚਾਹੁੰਦੇ ਹੋ। ਤਾਂ ਮੇਨ ਮਤਲਬ ਇਹ ਹੈ ਵੀ ਸਾਰਾ ਕੰਮ ਤੁਹਾਡਾ ਟੈਕਨੀਕਲ ਹੀ ਹੈ, ਕੋਈ ਫੀਲਡ ਦਾ ਕੰਮ ਨਹੀਂ ਹੈਗਾ ਜਿਵੇਂ ਕੋਈ ਬਾਕੀ ਕੇਡਰਸ 'ਚ ਜਿਵੇਂ ਡਿਸਟ੍ਰਿਕਟ 'ਚ ਇਨਵੈਸਟੀਗੇਸ਼ਨ 'ਚ ਵੀ ਲਾਅ ਐਂਡ ਆਰਡਰ, ਜਾਂ ਫਿਰ ਤੁਸੀਂ ਕੇਸ ਨੂੰ ਕੋਈ ਸੋਲਵ ਕਰਨਾ ਹੈ, ਤਫਤੀਸ਼ ਹੋ ਰਹੀ ਹੈ, ਇਹੋ ਜਿਹੇ ਕੰਮ ਨਹੀਂ ਹੈਗੇ। ਸਾਰੇ ਕੰਮ ਜਿਹੜੇ ਆ ਉਹ ਟੈਕਨੀਸ਼ੀਅਨ ਵਾਲੇ ਜਾਂ ਜਿਵੇਂ IT ਕੰਪਨੀਜ਼ ਹੁੰਦੇ ਆ ਇੱਦਾਂ ਦੇ ਕੰਮ ਆ, ਸੌਫਟਵੇਅਰ ਓਰੀਐਂਟਿਡ ਕੰਮ ਨੇ। ਅਤੇ ਇਸ ਕਰਕੇ ਹੀ ਇਸ ਵਾਰ ਜਿਹੜਾ ਐਗਜ਼ਾਮ ਵੀ ਹੋਣੇ ਆ ਉਹਦੇ ਵਿੱਚ ਜਿਹੜੀ ਸਿਲੇਬਸ ਦਿੱਤਾ ਗਿਆ ਆ ਉਹ ਇਸ ਤਰੀਕੇ ਦਾ ਦਿੱਤਾ ਗਿਆ ਵੀ ਜਿਹੜੇ ਸਟੂਡੈਂਟਸ ਜਿਹੜੇ ਟੈਕਨੀਕਲ ਬੈਕਗਰਾਊਂਡ ਤੋਂ ਆ ਉਹੀ ਇਹਨੂੰ ਕੁਆਲੀਫਾਈ ਕਰਨ ਅਤੇ ਉਹੀ ਐਲੀਜੀਬਲ ਹੋ ਸਕਣ। ਅਤੇ ਇਸ ਤੋਂ ਇਲਾਵਾ 2016 ਵਿੱਚ ਜਿਹੜੀ ਭਰਤੀ ਆਈ ਸੀਗੀ ਟੈਕਨੀਕਲ ਕੇਡਰ 'ਚ, ਉਦੋਂ ਵੀ ਭਰਤੀ ਹੋਈ ਸੀ, ਉਦੋਂ ਇਹਨੂੰ ਵਾਇਰਲੈਸ ਦਾ ਨਾਮ ਦਿੱਤਾ ਗਿਆ ਸੀਗਾ, ਕਿਉਂਕਿ ਇੱਕ ਟੈਕਨੀਕਲ ਦੇ ਵਿੱਚ ਜਿਹੜਾ ਕੰਮ ਹੁੰਦਾ ਉਹ ਵਾਇਰਲੈਸ ਕੋਡਿੰਗ ਡੀਕੋਡਿੰਗ ਦਾ ਵੀ ਹੁੰਦਾ। ਜਿੰਨੇ ਵੀ ਵਾਕੀ ਟਾਕੀਜ਼ ਯੂਜ਼ ਹੁੰਦੇ ਆ ਪੰਜਾਬ ਪੁਲਿਸ ਵਿੱਚ, ਉਹਦੇ ਵਿੱਚ ਤੁਸੀਂ ਜਦੋਂ ਕੋਈ ਡਿਊਟੀ ਹੁੰਦੀ ਹੈ ਤਾਂ ਕੰਟਰੋਲ ਰੂਮ ਤੋਂ ਮੈਸੇਜ ਜਿਹੜੇ ਜਾਂਦੇ ਆ ਜਾਂ ਆਉਂਦੇ ਆ ਉਹ ਕੋਡਿੰਗ ਹੋ ਕੇ ਜਾਂਦੇ ਆ, ਅਤੇ ਫਿਰ ਉਹਨੂੰ ਡੀਕੋਡ ਕਰਨਾ ਹੁੰਦਾ। ਇਹ ਸਾਰਾ ਕੰਮ ਵੀ ਟੈਕਨੀਕਲ ਕੇਡਰ ਦਾ ਹੁੰਦਾ ਆ। ਅਤੇ 2016 ਵਿੱਚ ਇਹਨੂੰ ਵਾਇਰਲੈਸ ਕਹਿ ਦਿੰਦੇ ਸੀਗੇ, ਅਤੇ ਹੁਣ ਸਪੈਸੀਫਿਕ ਅੱਡ ਕਰਤਾ ਕੇਡਰ ਦਾ, ਇਹਨੂੰ ਟੈਕਨੀਕਲ ਕੇਡਰ ਕਹਿਣ ਲੱਗ ਗਏ ਆ। ਇਸ ਦੇ ਵਿੱਚ ਜਿਹੜੀ ਤੁਸੀਂ ਜੋਬ ਪ੍ਰੋਫਾਈਲ ਹੈ ਅਤੇ ਉਹਦੇ ਵਿੱਚ ਜਿਹੜਾ ਵਰਕਿੰਗ ਆਵਰਸ ਆ ਉਹ ਨੀਅਰ ਅਬਾਊਟ 9 to 5 ਹੀ ਹੁੰਦੇ ਆ। ਕਦੇ ਕਦਾਈ ਹੋ ਸਕਦਾ ਤੁਹਾਨੂੰ ਜ਼ਿਆਦਾ ਟਾਈਮ ਲਾਉਣਾ ਪਵੇ, ਡਿਪੈਂਡਿੰਗ ਔਨ ਕਿ ਜੋਬ 'ਤੇ ਤੁਹਾਡੇ ਕੰਮ ਕਿੱਦਾਂ ਦਾ ਆ ਗਿਆ, ਕੋਈ ਜ਼ਿਆਦਾ ਕੰਮ ਆ ਗਿਆ ਤਾਂ ਤੁਹਾਨੂੰ ਕਦੇ ਐਕਸਟਰਾ ਟਾਈਮ ਲਾਉਣਾ ਪੈ ਸਕਦਾ, ਅਤੇ ਮੋਸਟਲੀ ਵੀਕਐਂਡ ਆਫ ਹੁੰਦਾ ਆ। ਅਤੇ ਇਹ ਸੀਗਾ ਸਾਰਾ ਵਰਕ ਕਲਚਰ ਇਹਦਾ ਅਤੇ ਜੋਬ ਪ੍ਰੋਫਾਈਲ। ਇਸ ਤੋਂ ਇਲਾਵਾ ਹੁਣ ਆਪਾਂ ਗੱਲ ਕਰਦੇ ਹਾਂ ਵੀ ਜਿਹੜਾ ਟੈਕਨੀਕਲ ਕੇਡਰ ਦੇ ਜਿਹੜੀਆਂ ਵੀ ਪੋਸਟਾਂ ਆਈਆਂ ਨੇ ਅੱਡ ਅੱਡ ਡੋਮੇਨਸ ਆ, ਜਿਵੇਂ ਤੁਹਾਨੂੰ ਪਤਾ ਟੋਟਲ 18 ਨੇ, ਅਤੇ ਉਹਦੇ ਵਿੱਚ ਮੇਨ ਗਰੁੱਪਿੰਗ ਹੈ ਜਿਹੜੀ ਉਹ IT ਦੀ, ਫੋਰੈਂਸਿਕਸ ਦੀ, ਅਤੇ ਕਮਿਊਨਿਟੀ ਸਪੋਰਟ ਅਤੇ HRM ਦੀ ਹੈ।
ਇਹਦੇ ਵਿੱਚ ਇਹਨਾਂ ਨੇ 2 ਟੈਸਟ ਰੱਖੇ ਆ। ਪਹਿਲੇ ਟੈਸਟ ਵਿੱਚ ਤਾਂ ਜਿਵੇਂ ਤੁਸੀਂ ਸਾਰਿਆਂ ਨੇ ਸਿਲੇਬਸ ਪੜ੍ਹਿਆ ਹੀ ਹੋਣਾ ਵੀ ਪਹਿਲੇ ਟੈਸਟ ਵਿੱਚ GK ਹੈ 20 ਮਾਰਕਸ ਦੀ, ਮੈਥ ਤੇ ਰੀਜ਼ਨਿੰਗ 30 ਮਾਰਕਸ ਦੇ ਆ, ਇੰਗਲਿਸ਼ ਹੈ 30 ਮਾਰਕਸ ਦੀ ਤੇ ਬੇਸਿਕ ਕੰਪਿਊਟਰ 20 ਮਾਰਕਸ ਦਾ। ਜਿਹੜਾ ਇਹ ਐਗਜ਼ਾਮ ਆ, ਜਿਹੜੇ ਕੰਪੀਟੀਟਿਵ ਐਗਜ਼ਾਮ ਦੀ ਬੱਚੇ ਤਿਆਰੀ ਕਰ ਰਹੇ ਉਹਨਾਂ ਨੂੰ ਪਤਾ ਹੀ ਹੈ ਸਾਰਾ ਕੁਝ ਵੀ ਇਹ ਕੀ ਚੀਜ਼ਾਂ ਨੇ ਕਿੱਥੋਂ ਕਰਨੀਆਂ। ਤੇ ਜਿਹੜੇ ਨਵੇਂ ਸਟੂਡੈਂਟਸ ਆ ਜਿਨ੍ਹਾਂ ਨੇ ਟੈਕਨੀਕਲ ਬੈਕਗਰਾਊਂਡ ਤੋਂ ਨੇ, ਜਿਨ੍ਹਾਂ ਨੂੰ ਨਹੀਂ ਪਤਾ ਵੀ ਤਿਆਰੀ ਕਿਵੇਂ ਕਰਨੀ ਹੈ, ਤਾਂ ਮੈਂ YouTube ਤੇ ਆਲਰੇਡੀ ਵੀਡੀਓ ਪਾ ਕੇ ਦੱਸੀ ਹੋਈ ਹੈ ਬੁੱਕਸ। ਪਰ ਇਸ ਟਾਈਮ ਇੰਨਾ ਤੁਹਾਡੇ ਕੋਲ ਟਾਈਮ ਨਹੀਂ ਹੋਊਗੀ, ਦਿਨ ਬਹੁਤ ਘੱਟ ਰਹਿ ਗਏ ਆ ਵੀ ਤੁਸੀਂ ਬੁੱਕਸ ਤੋਂ ਪੜ੍ਹੋ। ਤਾਂ ਬੈਟਰ ਆਪਸ਼ਨ ਇਹ ਹੈ ਵੀ ਤੁਸੀਂ ਜਾਂ ਤਾਂ ਕਿਸੇ ਪੁਰਾਣੇ ਸਟੂਡੈਂਟ ਤੋਂ ਨੋਟਸ ਲੈ ਸਕਦੇ ਹੋ ਜਾਂ ਫਿਰ ਕਿਸੇ ਅਕੈਡਮੀ ਤੋਂ ਤਿਆਰੀ ਕਰ ਸਕਦੇ ਹੋ। ਤੇ ਅਕੈਡਮੀ ਬਾਰੇ ਮੈਂ ਤੁਹਾਨੂੰ ਵੀਡੀਓ ਸਟਾਰਟਿੰਗ 'ਚ ਦੱਸਤਾ ਸੀ, ਜੇ ਕੋਈ ਸੰਘਰਸ਼ ਅਕੈਡਮੀ ਤੋਂ ਤਿਆਰੀ ਕਰਨਾ ਚਾਹੁੰਦਾ ਤਾਂ ਉਹਨਾਂ ਨੂੰ ਕਾਲ ਕਰ ਸਕਦਾ। ਤੇ ਇਸ ਤੋਂ ਇਲਾਵਾ ਜਿਹੜੀ ਮੇਨ ਪ੍ਰੋਬਲਮ ਆ ਰਹੀ ਆ ਕੈਂਡੀਡੇਟਸ ਨੂੰ, ਉਹ ਟੈਸਟ 2 ਵਿੱਚ ਆ ਰਹੀ ਹੈ ਵੀ ਉਹਨਾਂ ਨੂੰ ਸਿਲੇਬਸ ਨਹੀਂ ਸਿਲੇਬਸ ਦੇ ਜਿਹੜੇ ਟੌਪਿਕਸ ਆ ਉਹ ਕਵਰ ਕਰਨ ਲਈ ਸੋਰਸ ਨਹੀਂ ਪਤਾ ਲੱਗ ਰਿਹਾ ਵੀ ਕਿੱਥੋਂ ਕਵਰ ਕਰਨ। ਤੇ ਮੈਨੂੰ ਵੀ ਪੁੱਛ ਰਹੇ ਵੀ ਸਾਨੂੰ ਦੱਸ ਦਿਓ। ਦੇਖੋ ਜਿਹੜੇ ਟੈਸਟ 2 ਦੇ ਜਿਹੜੇ ਡੋਮੇਨਸ ਆ ਉਹਦੇ ਵਿੱਚ ਜੇ ਤੁਸੀਂ ਅਪਲਾਈ ਕਰ ਰਹੇ ਹੋ ਤਾਂ ਆਲਰੇਡੀ ਤੁਸੀਂ ਉਹ ਸਬਜੈਕਟਸ ਆਪਦੀ ਗ੍ਰੈਜੂਏਸ਼ਨ ਵਿੱਚ ਪੜ੍ਹੇ ਹੋਣਗੇ। ਤਾਂ ਜਦੋਂ ਤੁਸੀਂ ਆਪਦੀ ਗ੍ਰੈਜੂਏਸ਼ਨ ਪੜ੍ਹੇ ਆ ਤਾਂ ਤੁਹਾਡੇ ਕੋਲੇ ਉਹਦੇ ਕੋਈ ਬੁੱਕਸ ਜਾਂ ਸੋਰਸ ਵੀ ਪਿਆ ਹੋਊਗਾ। ਮੇਰੇ ਅਕੋਰਡਿੰਗ ਤਾਂ ਤੁਹਾਨੂੰ ਸਭ ਤੋਂ ਵਧੀਆ ਤਰੀਕਾ ਪੜ੍ਹਨ ਦਾ ਇਹੀ ਹੈ ਵੀ ਹੁਣ ਟਾਈਮ ਬਹੁਤ ਘੱਟ ਹੈ, ਐਵੇਂ ਇੱਧਰ ਉੱਧਰ ਖੱਜਲ ਨਾ ਹੋ ਵੀ ਉੱਥੋਂ ਸੋਰਸ ਲੈ ਲਈਏ ਉੱਥੋਂ ਲੈ ਲਈਏ। ਬੈਟਰ ਇਹ ਹੈ ਵੀ ਤੁਸੀਂ ਆਪਦੀ ਗ੍ਰੈਜੂਏਸ਼ਨ ਵਾਲੀ ਬੁੱਕਸ ਪੜ੍ਹੋ, ਉਹਦੇ 'ਚੋਂ ਟੌਪਿਕਸ ਕਵਰ ਕਰੋ। ਜੇ ਉਹਦੇ ਤੋਂ ਟੌਪਿਕਸ ਨਹੀਂ ਕਵਰ ਹੋ ਰਹੇ ਫਿਰ ਤੁਸੀਂ ਟੌਪਿਕ ਵਾਈਜ਼ ਜਿਹੜਾ ਵੀ ਤੁਹਾਨੂੰ ਕੋਈ ਟੌਪਿਕ ਨਹੀਂ ਮਿਲ ਰਿਹਾ ਉਹ ਗੂਗਲ 'ਤੇ ਸਰਚ ਆਊਟ ਕਰ ਲਓ। ਗੂਗਲ 'ਤੇ ਤੁਹਾਨੂੰ ਲਿੰਕ ਮਿਲ ਜਾਣਗੇ ਬਹੁਤ ਵਧੀਆ, ਉੱਥੋਂ ਤਿਆਰੀ ਕਰ ਲਓ, ਉੱਥੋਂ ਆਪਦੇ ਨੋਟਸ ਬਣਾ ਲਓ। ਐਵੇਂ ਹੀ ਇੱਧਰ ਉੱਧਰ ਵਾਲਾ ਖੱਜਲ ਨਾ ਹੋਇਓ ਵੀ ਕੋਈ ਬੁੱਕ ਲੱਭ ਲਾ, ਮੈਂ ਕੋਈ ਬਾਜ਼ਾਰ ਵਿੱਚ ਕੋਈ ਇਹੋ ਜਿਹੀ ਬੁੱਕ ਆਈ ਹੋਊਗੀ ਜਦੋਂ ਮੈਂ ਤਿਆਰੀ ਕਰ ਲਾਂ। ਮੇਰੀ ਨੌਲੇਜ ਵਿੱਚ ਤਾਂ ਹਜੇ ਇਸ ਟਾਈਮ ਕੋਈ ਇਹੋ ਜਿਹੀ ਮਾਰਕੀਟ ਵਿੱਚ ਬੁੱਕ ਨਹੀਂ ਆਈ ਹੈਗੀ ਜਿਹਦੇ ਵਿੱਚ ਟੈਸਟ 2 ਬਾਰੇ ਵੀ ਸਾਰਾ ਕੁਝ ਦਿੱਤਾ ਗਿਆ ਹੋਵੇ। ਟੈਸਟ 1 ਵਾਲੀਆਂ ਤਾਂ ਸਾਰੀਆਂ ਮਤਲਬ ਮਾਰਕੀਟ ਵਿੱਚ ਕਾਫੀ ਬੁੱਕਸ ਅਵੇਲੇਬਲ ਆ। ਤੇ ਇਸ ਤੋਂ ਇਲਾਵਾ ਇੱਕ ਚੀਜ਼ ਹੋਰ, ਤੁਹਾਨੂੰ ਜਿਵੇਂ ਨੋਟੀਫਿਕੇਸ਼ਨ ਤੁਸੀਂ ਪੜ੍ਹੀ ਹੋਵੇ ਤਾਂ ਤੁਹਾਨੂੰ ਕਲੀਅਰ ਹੋਈ ਹੋਣੀ ਹੈ ਵੀ ਇਸ ਕੈਡਰ ਦੇ ਵਿੱਚ ਕਾਫੀ ਰਿਲੈਕਸੇਸ਼ਨ ਦਿੱਤੀ ਗਈ ਹੈ ਕੈਂਡੀਡੇਟਸ ਨੂੰ, ਹਾਈਟ ਵਿੱਚ ਵੀ ਤੇ ਰਨਿੰਗ ਵਗੈਰਾ ਵਿੱਚ ਵੀ। ਉਹ ਤੁਸੀਂ ਪੜ੍ਹ ਸਕਦੇ ਹੋ, ਜਿਵੇਂ ਕਿ ਮੇਲਸ ਲਈ ਹਾਈਟ 5'4" ਰੱਖੀ ਗਈ ਹੈ ਇਸ ਵਿੱਚ ਤੇ ਫੀਮੇਲਸ ਲਈ 5 ਫੁੱਟ ਰੱਖੀ ਗਈ ਆ। ਤਾਂ ਇਹ ਸਾਰੀਆਂ ਤਾਂ ਸੀਗੀਆਂ ਟੈਕਨੀਕਲ ਕੈਡਰ ਦੀਆਂ ਗੱਲਾਂ। ਤੇ ਇਸ ਤੋਂ ਇਲਾਵਾ ਜੇ ਕਿਸੇ ਕੈਂਡੀਡੇਟ ਨੇ ਇੰਟੈਲੀਜੈਂਸ ਕੈਡਰ ਬਾਰੇ ਜਾਂ ਫਿਰ ਇਨਵੈਸਟੀਗੇਸ਼ਨ ਕੈਡਰ ਬਾਰੇ ਦੇਖਣਾ ਹੋਵੇ ਤਾਂ ਮੈਂ ਇਸ ਚੈਨਲ 'ਤੇ ਹੀ ਆਲਰੇਡੀ ਪਹਿਲਾ ਵੀਡੀਓ ਪਾ ਚੁੱਕਿਆ ਉਹਨਾਂ ਦੋਨਾਂ ਕੈਡਰਸ ਬਾਰੇ, ਉਹ ਤੁਸੀਂ ਦੇਖ ਸਕਦੇ ਹੋ। ਹੁਣ ਆਪਾਂ ਗੱਲ ਕਰਦੇ ਹਾਂ ਉਹ ਕੈਂਡੀਡੇਟਸ ਦੀ ਜਿਨ੍ਹਾਂ ਦਾ ਕਾਂਸਟੇਬਲ ਦਾ ਐਗਜ਼ਾਮ ਕਲੀਅਰ ਨਹੀਂ ਹੋਇਆ ਤੇ ਜਿਹੜੇ ਕਾਫੀ ਡੀਮੋਟੀਵੇਟ ਹੋ ਰਹੇ ਹੋਣੇ ਇਸ ਟਾਈਮ ਵੀ ਸਾਡੇ ਤੋਂ ਕਲੀਅਰ ਨਹੀਂ ਹੋਇਆ। ਜਾਂ ਫਿਰ ਕੁਝ ਕੈਂਡੀਡੇਟਸ ਇੱਦਾਂ ਦੇ ਜਿਹੜੇ ਮੈਨੂੰ ਮੈਸੇਜ ਕਰਦੇ ਆ ਵੀ ਸਰ ਅਸੀਂ ਤਿਆਰੀ ਕਰ ਰਹੇ ਹਾਂ ਤਾਂ 2-3 ਦਿਨ ਤਾਂ ਵਧੀਆ ਤਿਆਰੀ ਹੋ ਜਾਂਦੀ ਹੈ, ਚੌਥੇ ਪੰਜਵੇਂ ਦਿਨ ਸਾਡਾ ਮਨ ਨਹੀਂ ਲੱਗਦਾ, ਕਿਵੇਂ ਤਿਆਰੀ ਕਰੀਏ। ਦੇਖੋ ਉਹਨਾਂ ਲਈ ਮੈਂ ਇਹ ਕਹਿਣਾ ਚਾਹੂੰਗਾ ਜਿਹਨਾਂ ਦਾ ਕਾਂਸਟੇਬਲ ਐਗਜ਼ਾਮ ਕਲੀਅਰ ਨਹੀਂ ਹੋਇਆ ਤੇ ਅੱਗੇ ਹੁਣ ਉਹਨਾਂ ਨੂੰ ਸਮਝ ਲੱਗ ਰਹੀ ਕੀ ਕਰੀਏ। ਦੇਖੋ ਜਿਹੜੇ ਤਾਂ +2 ਕਰਕੇ ਜਿਨ੍ਹਾਂ ਨੇ ਕਾਂਸਟੇਬਲ ਦਾ ਐਗਜ਼ਾਮ ਦਿੱਤਾ ਉਹਨਾਂ ਕੋਲੇ ਤਾਂ ਅੱਗੇ ਹਜੇ ਬਹੁਤ ਕੁਛ ਆ। ਤੁਸੀਂ ਹਜੇ ਗ੍ਰੈਜੂਏਸ਼ਨ ਕਰਨੀ ਆ ਅਤੇ ਤੁਹਾਡੇ ਕੋਲੇ ਬਹੁਤ ਅੱਗੇ ਓਪਰਚੁਨਿਟੀਜ਼ ਆਉਣਗੀਆਂ, ਹੋਰ ਵੀ ਤੁਸੀਂ ਐਗਜ਼ਾਮ ਦੇ ਸਕਦੇ ਹੋ। ਆਪਦੀ ਤਿਆਰੀ ਨਾਲ ਨਾਲ ਕਰਦੇ ਰਹੋ। ਅਤੇ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਸੀ ਉਹਨਾਂ ਦਾ ਐਗਜ਼ਾਮ ਕਲੀਅਰ ਨਹੀਂ ਹੋਇਆ ਤਾਂ ਤੁਸੀਂ ਮਾਈਂਡਸੈਟ ਇੱਦਾਂ ਦਾ ਰੱਖੋ ਵੀ ਕਾਂਸਟੇਬਲ ਜਿਹੜੀ ਉਹ ਪੋਸਟ ਸੀਗੀ ਤੁਹਾਨੂੰ ਜੇ ਨਹੀਂ ਮਿਲੀ ਤਾਂ ਰੱਬ ਨੇ ਤੁਹਾਡੇ ਲਈ ਕੋਈ ਹੋਰ ਇਸ ਤੋਂ ਵਧੀਆ ਪੋਸਟ ਚੁਣ ਕੇ ਰੱਖੀ ਹੋਊਗੀ। ਪਰ ਸ਼ਰਤ ਇਹ ਹੈ ਵੀ ਤੁਸੀਂ ਲਗਾਤਾਰ ਮਿਹਨਤ ਕਰਕੇ ਰੱਖੋ, ਅੱਗੇ ਮਿਹਨਤ ਕਰੀ ਜਾਓ। ਹੋਰ ਐ ਨਾ ਹੋਵੇ ਤੁਸੀਂ ਮਿਹਨਤ ਛੱਡ ਦਿਓ। ਦੇਖੋ ਕਈ ਵਾਰੀ ਹੋ ਜਾਂਦਾ ਇੱਦਾਂ ਲਾਈਫ ਵਿੱਚ ਵੀ ਤੁਹਾਨੂੰ ਜੋਬ ਪਹਿਲੀ ਵਾਰ 'ਚ ਨਹੀਂ ਮਿਲਦੀ, ਦੂਜੀ ਵਾਰ 'ਚ ਨਹੀਂ ਮਿਲਦੀ। ਜਦੋਂ ਮੈਂ ਤਿਆਰੀ ਕਰਦਾ ਸੀ ਮੈਂ ਖੁਦ 25 ਤੋਂ 30 ਐਗਜ਼ਾਮ ਦਿੱਤੇ, ਫਿਰ ਉਸ ਤੋਂ ਬਾਅਦ ਜਾ ਕੇ 3 ਸਾਲ ਬਾਅਦ ਮੇਰੀ ਕੋਈ ਐਗਜ਼ਾਮ ਮੇਰਾ ਕਲੀਅਰ ਹੋਇਆ, ਇਕੱਠੇ ਕਲੀਅਰ ਹੋਏ। ਫਿਰ ਉਸ ਤੋਂ ਬਾਅਦ ਤਾਂ ਮੈਂ ਇਹੀ ਕਹਿਣਾ ਚਾਹੂੰਗਾ ਵੀ ਹੌਸਲਾ ਨਾ ਹਾਰੋ, ਲੱਗੇ ਰਹੋ। ਅਤੇ ਇੱਕ ਚੀਜ਼ ਜਿਹੜੇ ਕੈਂਡੀਡੇਟਸ ਕਹਿੰਦੇ ਵੀ ਸਾਡਾ 2-3 ਦਿਨ ਹੀ ਮਨ ਲੱਗਦਾ ਪੜ੍ਹਾਈ 'ਚ, ਫਿਰ ਮਨ ਨਹੀਂ ਲੱਗਦਾ। ਦੇਖੋ ਤੁਸੀਂ ਇਹ ਚੀਜ਼ ਦੇਖੋ ਵੀ ਤੁਸੀਂ ਉਹ ਜਿਹੜੀ ਤਿਆਰੀ ਸ਼ੁਰੂ ਕੀਤੀ ਹੈ ਉਹਦਾ ਕਾਰਨ ਕੀ ਹੈ, ਕਿਉਂ ਤਿਆਰੀ ਸ਼ੁਰੂ ਕੀਤੀ ਹੈ। ਜੇ ਤੁਹਾਡਾ ਕਾਰਨ ਤੁਹਾਨੂੰ ਕਲੀਅਰ ਹੋਊਗਾ, ਤੁਹਾਨੂੰ ਤੁਹਾਡੇ ਮਨ ਦੇ ਵਿੱਚ ਖੁਦ ਵਿੱਚ ਜਜ਼ਬਾ ਹੋਊਗਾ ਕਿ ਮੈਂ ਨੌਕਰੀ ਲੈਣੀ ਹੈ, ਐਗਜ਼ਾਮ ਕਲੀਅਰ ਕਰਨਾ, ਫਿਰ ਤੁਹਾਡੇ ਮਨ 'ਚ ਇਹ ਚੀਜ਼ ਨਹੀਂ ਆਊਗੀ ਕਿ ਯਾਰ 2-3 ਦਿਨ ਹੀ ਮੈਂ ਪੜ੍ਹਾਂ ਫਿਰ ਨਾ ਪੜ੍ਹਾਂ। ਜੇ ਤੁਸੀਂ ਕਿਸੇ ਦੇ ਕਹਿਣ 'ਤੇ ਪੜ੍ਹ ਰਹੇ ਹੋ, ਤੁਹਾਡੇ ਮਾਂ ਪਿਓ ਦੇ ਕਹਿਣ 'ਤੇ ਪੜ੍ਹ ਰਹੇ ਹੋ ਸਿਰਫ, ਅਤੇ ਜਾਂ ਕਿਸੇ ਨੇ ਹੋਰ ਨੇ ਤੁਹਾਡੇ ਵੱਡੇ ਭਰਾ ਭੈਣ ਨੇ ਕਹਿਤਾ ਵੀ ਤੂੰ ਤਿਆਰੀ ਕਰ ਲਾ, ਪੜ੍ਹ ਲਾ, ਪੇਪਰ ਕਲੀਅਰ ਕਰ ਲਾ, ਅਤੇ ਤੁਹਾਡੇ ਮਨ ਵਿੱਚ ਖੁਦ ਵਿੱਚ ਨਹੀਂ ਹੈਗਾ ਕਿ ਮੈਂ ਕਰਨਾ ਹੈ, ਫਿਰ ਤੁਸੀਂ ਕਦੇ ਵੀ ਮੈਨੂੰ ਲੱਗਦਾ ਫੁੱਲ ਡੈਡੀਕੇਸ਼ਨ ਨਾਲ ਤਿਆਰੀ ਨਹੀਂ ਕਰ ਪਾਓਗੇ। ਤਾਂ ਸਭ ਤੋਂ ਪਹਿਲਾਂ ਆਪਦਾ ਮਨ ਬਣਾਓ। ਅਤੇ ਜੇ ਕਿਸੇ ਦਾ ਫਿਰ ਵੀ ਮਨ ਡੋਲਦਾ ਆ ਤਾਂ ਮੈਂ ਤਾਂ ਇੱਦਾਂ ਕਰਦਾ ਹੁੰਦਾ ਸੀ, ਜੇ ਮੰਨ ਲਓ ਨੈਚੁਰਲੀ ਹਿਊਮਨ ਬੀਇੰਗ ਆ, ਮੈਂ ਵੀ ਜਦੋਂ ਤਿਆਰੀ ਕਰਦਾ ਸੀ 1-2 ਮਹੀਨੇ ਬਾਅਦ ਕਦੇ ਕਦੇ ਇਹੋ ਜਿਹੇ ਦਿਨ ਆ ਜਾਂਦੇ ਬੰਦਾ ਡੀਮੋਟੀਵੇਟ ਹੋ ਜਾਂਦਾ, ਤਾਂ ਮੈਂ ਆਪਣੀ ਦੀਵਾਰਾਂ 'ਤੇ ਜਾਂ ਵਾਲ 'ਤੇ ਲਿਖ ਲੈਂਦਾ ਹੁੰਦਾ ਸੀਗਾ ਵੀ ਮੈਂ ਇਹ ਚੀਜ਼ ਕਿਉਂ ਕਰਨਾ ਚਾਹੁੰਦਾ ਹਾਂ। ਮੋਟੀਵੇਸ਼ਨਲ ਕੋਟਸ ਲਿਖ ਲਓ ਉੱਤੇ, ਤਾਂ ਉਹਦੇ ਨਾਲ ਤੁਸੀਂ ਮੋਟੀਵੇਟ ਰਹਿੰਦੇ ਹੋ। ਅਤੇ ਇੱਕ ਚੀਜ਼ ਹੋਰ ਵੀ, ਸੋਸ਼ਲ ਮੀਡੀਆ 'ਤੇ ਥੋੜ੍ਹਾ ਘੱਟ ਐਕਟਿਵ ਰਹੋ। ਜਿਹੜੀਆਂ ਵੀ ਚੀਜ਼ਾਂ ਤੁਹਾਨੂੰ ਡਿਸਟਰੈਕਟ ਕਰਦੀਆਂ ਉਹਦੇ ਤੋਂ ਦੂਰ ਰਹੋ। ਇੰਸਟਾਗ੍ਰਾਮ ਜਿਹੜਾ ਉਹ ਬਹੁਤ ਜ਼ਿਆਦਾ ਮਤਲਬ ਤੁਹਾਨੂੰ ਪੜ੍ਹਾਈ ਤੋਂ ਜਾਂ ਬਾਕੀ ਚੀਜ਼ਾਂ ਤੋਂ ਦੂਰ ਲੈ ਕੇ ਆਉਂਦਾ, ਬੰਦਾ ਸਕਰੋਲ ਹੀ ਕਰੀ ਜਾਂਦਾ ਸਾਰੀ ਦਿਹਾੜੀ ਅਤੇ ਹੋਰ ਕੋਈ ਕੰਮ ਨਹੀਂ ਕਰ ਪਾਉਂਦਾ। ਇਹੋ ਜਿਹੀ ਚੀਜ਼ਾਂ ਤੋਂ ਦੂਰ ਰਹੋ ਅਤੇ ਆਪਦੇ ਜਿਹੜਾ ਏਮ ਆ ਉਹਦੇ ਵੱਲ ਫੋਕਸ ਰੱਖੋ।
ਤੇ ਇਸ ਤੋਂ ਇਲਾਵਾ ਜੇ ਤੁਹਾਨੂੰ ਹੋਰ ਕੋਈ ਡਾਊਟ ਆ ਰਿਹਾ ਤਾਂ ਮੈਨੂੰ ਟੈਲੀਗ੍ਰਾਮ ਤੇ ਸਬ ਇੰਸਪੈਕਟਰ ਪੀਪੀ ਗਰੁੱਪ ਆ ਉਹ ਜੁਆਇਨ ਕਰਕੇ ਆਨਰ ਦੇ ਵਿੱਚ ਮੈਨੂੰ ਮੈਸੇਜ ਕਰ ਸਕਦੇ ਹੋ। ਕਈ ਵਾਰੀ ਹੋ ਸਕਦਾ ਮੈਂ ਰਿਪਲਾਈ ਲੇਟ ਕਰਾਂ ਕਿਉਂਕਿ ਮੈਸੇजेस ਬਹੁਤ ਜ਼ਿਆਦਾ 100 ਹਜ਼ਾਰਾਂ ਵਿੱਚ ਆਏ ਹੁੰਦੇ ਆ, ਤਾਂ 5-6 ਦਿਨ ਜਾਂ ਹਫ਼ਤਾ 10 ਦਿਨ ਵੀ ਲੱਗ ਜਾਂਦੇ ਆ। ਤੇ ਜੇ ਵੀਡੀਓ ਠੀਕ ਲੱਗੀ, ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ, ਤਾਂ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਫਰਦਰ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਲਈ। ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਦੇ ਲਈ। ਸਤਿ ਸ਼੍ਰੀ ਅਕਾਲ। ਲੱਗੇ ਰਹੋ ਤਿਆਰੀ ਲਈ।